Hello students, I am your teacher Dr. Satinder Kaur, and in today's lecture I am going to teach you about the classical theory of interest which is given by classical economists. So before starting the theory I am going to explain the assumptions of the theory. The first assumption is there is full employment, laissez-faire policy है, government ਦੀ कोई भी interference नहीं है, capitalistic economy है, perfect competition operate ਹੋ ਰਿਹਾ, labor markets ਵੀ ਤੇ product markets ਵੀ, ਇਕੋਨਮੀ ਕਲੋਜ਼ ਹੈ ਜਿਹਦੇ ਵਿੱਚ ਕੋਈ ਵੀ ਫੋਰਨ ਟ੍ਰੇਡ ਨਹੀਂ ਹੈ, ਲੇਬਰ ਸਾਰੀ ਹੋਮੋਜੀਨੀਅਸ ਹੈ, ਮਨੀ ਦੀ ਡਿਮਾਂਡ ਬੇਸਿਕਲੀ ਮੀਡੀਅਮ ਆਫ ਐਕਸਚੇਂਜ ਦੇ ਤੌਰ ਦੇ ਉੱਤੇ ਕੀਤੀ ਜਾ ਰਹੀ ਹੈ, ਸੇਵਿੰਗ ਜਿਹੜੀ ਹੈ ਉਹ ਕੰਪਲੀਟਲੀ ਇਨਕਮ ਦੇ ਉੱਤੇ ਡਿਪੈਂਡ ਕਰਦੀ ਹੈ, ਬੇਸਿਕਲੀ ਲੌਂਗ ਰਨ ਟਾਈਮ ਹੈ ਤੇ ਡਿਮਿਨਿਸ਼ਿੰਗ ਰਿਟਰਨਸ ਆਪਰੇਟ ਹੋ ਰਹੇ ਨੇ। ਬੇਸਿਕਲੀ ਕਲਾਸੀਕਲ ਥਿਊਰੀਜ਼ ਜਿਹੜੀਆਂ ਨੇ ਸਾਰੀਆਂ ਥਿਊਰੀਜ਼ ਜਿਹੜੀਆਂ ਨੇ ਰੇਟ ਆਫ ਇੰਟਰਸਟ ਦੀਆਂ ਉਹ ਇਸ ਚੀਜ਼ ਤੇ ਫੋਕਸ ਦਿੰਦੀਆਂ ਨੇ ਕਿ ਰੇਟ ਆਫ ਇੰਟਰਸਟ ਕਿਵੇਂ ਨਿਰਧਾਰਿਤ ਹੁੰਦਾ, ਡਿਟਰਮਿਨ ਹੁੰਦਾ। ਸੋ ਕਲਾਸੀਕਲ ਥਿਊਰੀ ਇਸ ਚੀਜ਼ ਬਾਰੇ ਗੱਲ ਕਰਦੀ ਹੈ ਕਿ ਡਿਟਰਮੀਨੇਸ਼ਨ ਆਫ ਰੇਟ ਆਫ ਇੰਟਰਸਟ ਇਜ਼ ਐਟ ਪੁਆਇੰਟ ਵੈਨ ਦ ਸਪਲਾਈ ਆਫ ਐਂਡ ਡਿਮਾਂਡ ਫॉर ਕੈਪੀਟਲ ਇਜ਼ ਇਕੁਅਲ। ਸੋ ਮਤਲਬ ਸਿੰਪਲ ਹੈ ਕਿ ਜਦੋਂ ਸਪਲਾਈ ਤੇ ਡਿਮਾਂਡ ਕੈਪੀਟਲ ਦੀ ਇੱਕ ਦੂਜੇ ਦੇ ਬਰਾਬਰ ਹੁੰਦੀ ਹੈ ਉਸ ਟਾਈਮ ਦੇ ਉੱਤੇ ਰੇਟ ਆਫ ਇੰਟਰਸਟ ਡਿਸਾਈਡ ਹੁੰਦਾ। ਸੋ ਇੱਕ ਇੱਕ ਕਰਕੇ ਅਸੀਂ ਦੋਵੇਂ ਸਾਈਡਸ ਦੀ ਗੱਲ ਕਰਾਂਗੇ, ਇੱਕ ਵਾਰੀ ਡਿਮਾਂਡ ਸਾਈਡ ਦੀ, ਦੂਜੀ ਵਾਰੀ ਸਪਲਾਈ ਸਾਈਡ ਦੀ। ਡਿਮਾਂਡ ਜਿਹੜੀ ਹੈ ਕੈਪੀਟਲ ਦੀ ਉਹ ਦੋ ਪਰਪਸਿਸ ਲਈ ਕੀਤੀ ਜਾਂਦੀ ਹੈ। ਪਹਿਲਾ ਪਰਪਸ ਹੈ ਪ੍ਰੋਡਕਟਿਵ ਪਰਪਸ, ਦੂਸਰਾ ਪਰਪਸ ਹੈ ਕੰਜ਼ੰਪਸ਼ਨ ਪਰਪਸ ਜਾਂ ਕੰਜ਼ੰਪਟਿਵ ਪਰਪਸ। ਕਲਾਸੀਕਲ ਇਕੋਨਮਿਸਟ ਨੇ ਕੰਜ਼ੰਪਟਿਵ ਪਰਪਸ ਜਾਂ ਕੰਜ਼ੰਪਸ਼ਨ ਪਰਪਸ ਨੂੰ ਇਗਨੋਰ ਕਰਕੇ ਸਾਰੀ ਦੀ ਸਾਰੀ ਜਿਹੜੀ ਹੈ ਪ੍ਰੋਡਕਟਿਵ ਸਾਈਡ ਨੂੰ ਐਕਸਪਲੇਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦੇ ਅਕੋਰਡਿੰਗਲੀ ਕੈਪੀਟਲ ਜਿਹੜੀ ਹੈ ਉਹ ਇਨਵੈਸਟਰਸ ਦੇ ਵੱਲੋਂ ਤਾਂ ਡਿਮਾਂਡ ਕੀਤੀ ਜਾਂਦੀ ਹੈ ਕਿਉਂਕਿ ਉਹ ਪ੍ਰੋਡਕਟਿਵ ਹੈ, ਉਹਨਾਂ ਨੂੰ ਕੋਈ ਨਾ ਕੋਈ ਰਿਟਰਨ ਦੇ ਕੇ ਜਾਂਦੀ ਹੈ। ਨਾਲ ਹੀ ਕਲਾਸੀਕਲ ਇਕੋਨਮਿਸਟ ਇਹ ਵੀ ਗੱਲ ਨੂੰ ਐਕਸਪਲੇਨ ਕਰਦੇ ਨੇ ਕਿ ਜਿਹੜੀ ਇਹ ਇਨਵੈਸਟਮੈਂਟ ਹੈ ਇਹਦੇ ਤੇ ਲਾ ਆਫ ਵੇਰੀਏਬਲ ਪ੍ਰੋਪੋਰਸ਼ਨ ਅਪਲਾਈ ਕਰਦਾ, ਮਤਲਬ ਜਿਵੇਂ ਜਿਵੇਂ ਕੈਪੀਟਲ ਦੀਆਂ ਯੂਨਿਟਸ ਨੂੰ ਇਨਕਰੀਜ਼ ਕੀਤਾ ਜਾਏਗਾ ਹਰ ਐਡੀਸ਼ਨਲ ਯੂਨਿਟ ਤੋਂ ਮਿਲਣ ਵਾਲਾ ਰਿਟਰਨ ਜਿਹੜਾ ਹੈ ਉਹ ਡਿਮਿਨਿਸ਼ਿੰਗ ਹੋਏਗਾ, ਡਿਕਰੀਜ਼ਿੰਗ ਰੇਟ ਦੇ ਉੱਤੇ ਵਧੇਗਾ। ਜਿਵੇਂ ਕਿ ਆਪਾਂ ਲਾ ਆਫ ਵੇਰੀਏਬਲ ਪ੍ਰੋਪੋਰਸ਼ਨ 'ਚ ਪੜ੍ਹਦੇ ਹਾਂ ਕਿ ਕਿਵੇਂ ਜਿਵੇਂ ਜਿਵੇਂ ਯੂਨਿਟਸ ਇਨਕਰੀਜ਼ ਹੁੰਦੀਆਂ ਨੇ ਉਸ ਤਰੀਕੇ ਦੇ ਨਾਲ ਰਿਟਰਨ ਵੱਧਦਾ ਤਾਂ ਹੈ ਪਰ ਡਿਕਰੀਜ਼ਿੰਗ ਰੇਟ ਦੇ ਨਾਲ ਇਨਕਰੀਜ਼ ਹੁੰਦਾ। ਦੂਸਰੀ ਚੀਜ਼ ਜਿਹੜੀ ਕਲਾਸੀਕਲ ਇਕੋਨਮਿਸਟ ਐਕਸਪਲੇਨ ਕਰਦੇ ਨੇ ਕਿ ਰੇਟ ਆਫ ਇੰਟਰਸਟ ਤੇ ਡਿਮਾਂਡ ਫॉर ਕੈਪੀਟਲ ਦਾ ਨੈਗੇਟਿਵ ਰਿਲੇਸ਼ਨਸ਼ਿਪ ਹੈ। ਜਿੰਨਾ ਜ਼ਿਆਦਾ ਰੇਟ ਆਫ ਇੰਟਰਸਟ ਹੋਏਗਾ ਉਨੀ ਹੀ ਕੈਪੀਟਲ ਦੀ ਡਿਮਾਂਡ ਘਟੇਗੀ, ਜਿੰਨਾ ਘੱਟ ਰੇਟ ਆਫ ਇੰਟਰਸਟ ਹੋਏਗਾ ਉਨੀ ਕੈਪੀਟਲ ਦੀ ਡਿਮਾਂਡ ਵਧੇਗੀ। ਤੁਸੀਂ ਇਹ ਚੀਜ਼ਾਂ ਨੂੰ ਕਾਪੀ 'ਚ ਲਿਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਉਹ ਪ੍ਰੋਡਕਟਿਵ ਸਾਈਡ ਨੂੰ ਐਕਸਪਲੇਨ ਕਰ ਰਹੇ ਨੇ, ਕੈਪੀਟਲ ਦੀ ਡਿਮਾਂਡ ਦੀ ਨਾਲ ਗੱਲ ਕਰ ਰਹੇ ਨੇ ਕਿ ਡਿਮਿਨਿਸ਼ਿੰਗ ਰਿਟਰਨਸ ਆਪਰੇਟ ਹੋ ਰਹੇ ਨੇ ਤੇ ਰੇਟ ਆਫ ਇੰਟਰਸਟ ਦਾ ਤੇ ਕੈਪੀਟਲ ਦੀ ਡਿਮਾਂਡ ਦਾ ਨੈਗੇਟਿਵ ਇਨਵਰਸ ਰਿਲੇਸ਼ਨਸ਼ਿਪ ਹੈ। ਇਸੇ ਲਈ ਡਿਮਾਂਡ ਕਰਵ ਦੀ ਤਰ੍ਹਾਂ ਡਿਮਾਂਡ ਫॉर ਕੈਪੀਟਲ ਕਰਵ ਵੀ ਜਿਹੜੀ ਹੈ ਉਸ ਦੀ ਸਲੋਪ ਲੈਫਟ ਟੂ ਰਾਈਟ ਡਾਊਨਵਰਡ ਸਲੋਪਿੰਗ ਹੁੰਦੀ ਹੈ। ਜਿਵੇਂ ਤੁਸੀਂ ਲਾ ਆਫ ਡਿਮਾਂਡ ਦੇ ਵਿੱਚ ਡਿਮਾਂਡ ਕਰਵ ਨੂੰ ਬਣਾਉਂਦੇ ਹੋ ਸੇਮ ਉਹੀ ਸ਼ੇਪ ਡਿਮਾਂਡ ਕਰਵ ਦੀ ਇੱਥੇ ਹੁੰਦੀ ਹੈ। ਹੁਣ ਆਪਾਂ ਡਿਸਕਸ ਕਰਾਂਗੇ ਸਪਲਾਈ ਸਾਈਡ ਨੂੰ ਕਿ ਸਪਲਾਈ ਸਾਈਡ ਦੇ ਵਿੱਚ ਉਹ ਕੀ ਕਹਿੰਦੇ ਨੇ। ਸਪਲਾਈ ਕੈਪੀਟਲ ਦੀ ਜਿਹੜੀ ਹੈ ਮਤਲਬ ਕਿ ਕੈਪੀਟਲ ਕਿੱਥੋਂ ਆਉਂਦੀ ਹੈ ਉਹਦਾ ਬੇਸਿਕਲੀ ਰੀਜ਼ਨ ਹੈ ਸੇਵਿੰਗ ਦੇ ਉੱਤੇ। ਦੈਟ ਇਜ਼ ਜਿੰਨੀ ਜ਼ਿਆਦਾ ਸੇਵਿੰਗ ਹੋਏਗੀ ਕੈਪੀਟਲ ਦੀ ਸਪਲਾਈ ਵੀ ਉਸੀ ਦੇ ਉੱਤੇ ਡਿਪੈਂਡ ਕਰੇਗੀ। ਇਹ ਚੀਜ਼ ਡਿਪੈਂਡ ਕਰਦੀ ਹੈ ਵਿਲ ਟੂ ਸੇਵ ਤੇ ਪਾਵਰ ਟੂ ਸੇਵ ਤੇ। ਕਲਾਸੀਕਲ ਇਕੋਨਮਿਸਟ ਦੇ ਅਕੋਰਡਿੰਗਲੀ ਰੇਟ ਆਫ ਇੰਟਰਸਟ ਜੇਕਰ ਜ਼ੀਰੋ ਵੀ ਹੋਏਗਾ ਤਾਂ ਵੀ ਜਿਹੜੀ ਹੈ ਸੇਵਿੰਗ ਹੋਏਗੀ ਹੀ ਹੋਏਗੀ। ਤੇ ਮੈਂ ਇੱਕ ਚੀਜ਼ ਕਲੀਅਰ ਕਰਨਾ ਚਾਹੁੰਦੀ ਹਾਂ ਕਿ ਸ਼ਾਇਦ ਮੈਂ ਬਿਗਨਿੰਗ ਦੇ ਵਿੱਚ ਅਜ਼ੰਪਸ਼ਨਸ ਦੇ ਵਿੱਚ ਇਹ ਚੀਜ਼ ਬੋਲ ਦਿੱਤੀ ਹੈ ਕਿ ਸੇਵਿੰਗ ਇਨਕਮ ਦਾ ਫੰਕਸ਼ਨ ਹੈ ਕਲਾਸੀਕਲ ਦੇ ਅਕੋਰਡਿੰਗਲੀ, ਬਟ ਇੱਥੇ ਮੈਂ ਕਰੈਕਟ ਕਰਨਾ ਚਾਹੁੰਦੀ ਹਾਂ ਕਿ ਉੱਥੇ ਬਾਈ ਮਿਸਟੇਕਨਲੀ ਮੈਂ ਗਲਤ ਬੋਲ ਦਿੱਤਾ ਸ਼ਾਇਦ। ਕਲਾਸੀਕਲ ਇਕੋਨਮਿਸਟ ਸੇਵਿੰਗ ਤੇ ਰੇਟ ਆਫ ਇੰਟਰਸਟ ਦਾ ਰਿਲੇਸ਼ਨਸ਼ਿਪ ਐਕਸਪਲੇਨ ਕਰਦੇ ਨੇ। ਬਾਅਦ ਵਿੱਚ ਕੇਨਸ ਨੇ ਇਸ ਚੀਜ਼ ਨੂੰ ਚੈਲੰਜ ਕੀਤਾ ਸੀ ਕਿ ਸੇਵਿੰਗ ਜਿਹੜੀ ਹੈ ਪ੍ਰਾਇਮਰਲੀ ਜਿਹੜਾ ਹੈ ਉਹ ਇਨਕਮ ਦੇ ਉੱਤੇ ਡਿਪੈਂਡ ਕਰਦੀ ਹੈ। ਪੈਸਾ ਹੋਏਗਾ ਤਾਂ ਲੋਕ ਸੇਵ ਜ਼ਿਆਦਾ ਕਰਨਗੇ, ਰੇਟ ਆਫ ਇੰਟਰਸਟ ਨੂੰ ਬਾਅਦ ਚੋਂ ਦੇਖਣਗੇ। ਸੋ ਇੱਥੇ ਅਸੀਂ ਗੱਲ ਕਰ ਰਹੇ ਹਾਂ ਕਲਾਸੀਕਲ ਇਕੋਨਮਿਸਟ ਦੀ। ਦੁਬਾਰਾ ਤੋਂ ਆਪਾਂ ਟੌਪਿਕ ਨੂੰ ਕੰਟੀਨਿਊ ਕਰ ਰਹੇ ਹਾਂ ਕਿ ਜੇ ਰੇਟ ਆਫ ਇੰਟਰਸਟ ਘੱਟ ਜ਼ੀਰੋ ਵੀ ਹੁੰਦਾ ਤਾਂ ਵੀ ਕੁਝ ਲੋਕ ਸੇਵ ਕਰਦੇ ਨੇ ਕਿਉਂਕਿ ਹਰ ਬੰਦੇ ਦੇ ਸੇਵ ਕਰਨ ਦਾ ਜਿਹੜਾ ਮਕਸਦ ਹੈ ਉਹ ਅਲੱਗ ਹੁੰਦਾ। ਕੁਝ ਲੋਕ ਇਸ ਲਈ ਸੇਵ ਕਰਦੇ ਨੇ ਕਿ ਉਹਨਾਂ ਨੂੰ ਲੱਗਦਾ ਹੈ ਕਿ ਅੱਛਾ ਰੇਟ ਆਫ ਇੰਟਰਸਟ ਮਿਲ ਰਿਹਾ ਹੈ। ਕੁਝ ਲੋਕ ਇਸ ਲਈ ਸੇਵ ਕਰਦੇ ਨੇ ਜੋ ਜਦੋਂ ਦੇਖਦੇ ਨੇ ਕਿ ਰੇਟ ਆਫ ਇੰਟਰਸਟ ਜ਼ਿਆਦਾ ਮਿਲ ਰਿਹਾ ਤਾਂ ਜ਼ਿਆਦਾ ਰੇਟ ਆਫ ਇੰਟਰਸਟ ਨੂੰ ਦੇਖ ਕੇ ਸੇਵਿੰਗ ਵੱਧ ਕਰਨ ਲੱਗ ਜਾਂਦੇ ਨੇ। ਸੋ ਉਹਨਾਂ ਦੇ ਹਰ ਤਰ੍ਹਾਂ ਦਾ ਬੰਦਾ ਹੈ ਜਿਹੜਾ ਕਿ ਸੇਵਿੰਗ ਕਰ ਰਿਹਾ, ਚਾਹੇ ਰੇਟ ਆਫ ਇੰਟਰਸਟ ਜ਼ੀਰੋ ਹੋਏ, ਚਾਹੇ ਸੇਮ ਰਹੇ, ਚਾਹੇ ਰੇਟ ਆਫ ਇੰਟਰਸਟ ਇਨਕਰੀਜ਼ ਹੋਏ।
ਬੇਸਿਕਲੀ ਨਾਲ ਕਹਿ ਰਹੇ ਨੇ ਕਿ ਰੇਟ ਆਫ ਇੰਟਰਸਟ ਦਾ ਤੇ ਸੇਵਿੰਗ ਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ। ਜਿੰਨੀ ਜ਼ਿਆਦਾ ਰੇਟ ਆਫ ਇੰਟਰਸਟ ਜ਼ਿਆਦਾ ਹੋਏਗਾ ਸੇਵਿੰਗ ਉਨੀ ਜ਼ਿਆਦਾ ਹੋਏਗੀ, ਇਸ ਲਈ ਸਪਲਾਈ ਆਫ ਕੈਪੀਟਲ ਵੀ ਉਨੀ ਹੀ ਜ਼ਿਆਦਾ ਹੋਏਗੀ। ਸੇਮ ਲਾਈਕ ਜਿਵੇਂ ਤੁਸੀਂ ਲਾ ਆਫ ਡਿਮਾਂਡ 'ਚ ਸਪਲਾਈ ਕਰਵ ਬਣਾਉਂਦੇ ਹੋ, ਸੇਮ ਉਸੇ ਤਰੀਕੇ ਦੇ ਨਾਲ ਸਪਲਾਈ ਆਫ ਕੈਪੀਟਲ ਕਰਵ ਵੀ ਬਣਦੀ ਹੈ, ਕਿਉਂਕਿ ਇਸ ਦੇ ਨਾਲ ਰੇਟ ਆਫ ਇੰਟਰਸਟ ਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ। ਇੱਥੇ ਇੱਕ ਆਪਣੇ ਆਪ ਹੀ ਕੌਂਟਰਾਡਿਕਟਰੀ ਚੀਜ਼ ਸਾਹਮਣੇ ਆ ਰਹੀ ਹੈ। ਇੱਕ ਸਾਈਡ ਦੇ ਉੱਤੇ ਤਾਂ ਕਲਾਸੀਕਲ ਇਕੋਨਮਿਸਟ ਆਪ ਕਹਿ ਰਹੇ ਨੇ ਕਿ ਰੇਟ ਆਫ ਇੰਟਰਸਟ ਦਾ ਤੇ ਸੇਵਿੰਗ ਦਾ ਪੋਜ਼ਿਟਿਵ ਰਿਲੇਸ਼ਨਸ਼ਿਪ ਹੈ, ਵਧੇਗੀ ਰੇਟ ਆਫ ਇੰਟਰਸਟ ਤਾਂ ਸੇਵਿੰਗ ਵਧੇਗੀ। ਦੂਜੇ ਪਾਸੇ ਨਾਲ ਇਹ ਵੀ ਗੱਲ ਕਰ ਰਹੇ ਨੇ ਬੰਦੇ ਹਰ ਤਰ੍ਹਾਂ ਦੇ ਹੁੰਦੇ ਨੇ, ਕੁਝ ਲੋਕ ਰੇਟ ਆਫ ਇੰਟਰਸਟ ਨੂੰ ਦੇਖਦੇ ਹੀ ਨਹੀਂ ਹੈ, ਜ਼ੀਰੋ ਰੇਟ ਆਫ ਇੰਟਰਸਟ ਤੇ ਵੀ ਸੇਵਿੰਗ ਕਰਦੇ ਨੇ, ਕੁਝ ਦੇਖਦੇ ਨੇ ਕਰੰਟ ਰੇਟ ਆਫ ਇੰਟਰਸਟ ਕਿੰਨਾ ਹੈ, ਕੁਝ ਇਹ ਦੇਖਦੇ ਨੇ ਕਿ ਰੇਟ ਆਫ ਇੰਟਰਸਟ ਵਧੇਗਾ ਤਾਂ ਅਸੀਂ ਜ਼ਿਆਦਾ ਸੇਵਿੰਗ ਕਰਾਂਗੇ। ਸੋ ਇੱਥੇ ਇੱਕ ਕ੍ਰਿਟਿਸਿਜ਼ਮ ਦਾ ਪਾਰਟ ਵੀ ਹੈ। ਸੋ ਐਂਡ ਦੇ ਉੱਤੇ ਬਿਲਕੁਲ ਸੇਮ ਜਿਵੇਂ ਲਾ ਆਫ ਡਿਮਾਂਡ ਦਾ ਤੁਸੀਂ ਡਾਇਗਰਾਮ ਬਣਾਉਂਦੇ ਹੋ, ਯੂਨੀਵਰਸਲ ਡਾਇਗਰਾਮ ਡਿਮਾਂਡ ਕਰਵ ਸਪਲਾਈ ਕਰਵ ਦੇ ਇਕੁਇਲਿਬ੍ਰੀਅਮ ਵਾਲੇ ਪੁਆਇੰਟ ਤੇ ਜਿੱਥੇ ਪ੍ਰਾਈਸ ਡਿਸਾਈਡ ਹੁੰਦਾ ਸੀ, ਉੱਥੇ ਹੀ ਅਸੀਂ ਡਿਮਾਂਡ ਫॉर ਕੈਪੀਟਲ ਤੇ ਸਪਲਾਈ ਆਫ ਕੈਪੀਟਲ ਦੇ ਇਕੁਇਲਿਬ੍ਰੀਅਮ ਦੇ ਉੱਤੇ ਰੇਟ ਆਫ ਇੰਟਰਸਟ ਨੂੰ ਡਿਸਾਈਡ ਕਰਦੇ ਹਾਂ, ਡਿਟਰਮਾਈਨ ਕਰਦੇ ਹਾਂ ਅਕੋਰਡਿੰਗ ਟੂ ਕਲਾਸੀਕਲ ਇਕੋਨਮਿਸਟ। ਕਲਾਸੀਕਲ ਇਕੋਨਮਿਸਟ ਕਿਉਂਕਿ ਆਟੋਮੈਟਿਕ ਵਰਕਿੰਗ ਆਫ ਡਿਮਾਂਡ ਐਂਡ ਸਪਲਾਈ ਫੋਰਸਿਸ ਦੇ ਬੇਸ ਦੇ ਉੱਤੇ ਗੱਲ ਕਰਦੇ ਨੇ ਕਿ ਗਵਰਨਮੈਂਟ ਦੀ ਇੰਟਰਫੇਰੈਂਸ ਦੀ ਜ਼ਰੂਰਤ ਨਹੀਂ ਹੈ, ਤਾਂ ਇਸ ਲਈ ਉਹ ਨਾਲ ਹੀ ਇਹ ਗੱਲ ਐਕਸਪਲੇਨ ਕਰ ਦਿੰਦੇ ਨੇ ਕਿ ਜੇਕਰ ਇਹਨਾਂ ਦੋਨਾਂ 'ਚ ਮਿਸਮੈਚ ਹੁੰਦਾ ਹੈ, ਬਾਈ ਚਾਂਸ ਡਿਮਾਂਡ ਫॉर ਕੈਪੀਟਲ ਵੱਧ ਜਾਏ ਸਪਲਾਈ ਆਫ ਕੈਪੀਟਲ ਘਟ ਜਾਏ, ਜਾਂ ਸਪਲਾਈ ਆਫ ਕੈਪੀਟਲ ਵੱਧ ਜਾਏ ਡਿਮਾਂਡ ਫॉर ਕੈਪੀਟਲ ਘਟ ਜਾਏ, ਤਾਂ ਇਹ ਸ਼ਾਰਟ ਰਨ ਲਈ ਹੋਏਗਾ। ਆਟੋਮੈਟਿਕਲੀ ਰੇਟ ਆਫ ਇੰਟਰਸਟ ਦੇ ਵੈਪਨ ਦੇ ਥਰੂ, ਰੇਟ ਆਫ ਇੰਟਰਸਟ ਦੀ ਫੰਕਸ਼ਨਿੰਗ ਦੇ ਥਰੂ ਇਸ ਤਰੀਕੇ ਦਾ ਇਕੋਨਮੀ ਕੰਮ ਕਰੇਗੀ ਕਿ ਦੁਬਾਰਾ ਤੋਂ ਇਹਨਾਂ ਦੋਨਾਂ ਦੇ ਵਿੱਚ ਇਕੁਇਲਿਬ੍ਰੀਅਮ ਮੇਨਟੇਨ ਹੋ ਜਾਏਗਾ, ਗਵਰਨਮੈਂਟ ਦੀ ਕੋਈ ਵੀ ਇੰਟਰਫੇਰੈਂਸ ਦੀ ਜ਼ਰੂਰਤ ਨਹੀਂ ਹੈ। ਸੋ ਆਈ ਪਾਰਡਨ ਅਗੇਨ ਕਿ ਕਲਾਸੀਕਲ ਕਹਿੰਦੇ ਨੇ ਕਿ ਇਨ ਕੇਸ ਵੈਸੇ ਡਿਮਾਂਡ ਫॉर ਕੈਪੀਟਲ ਤੇ ਸਪਲਾਈ ਆਫ ਕੈਪੀਟਲ ਜਦੋਂ ਇਕੁਇਲਿਬ੍ਰੀਅਮ 'ਚ ਹੋਏਗੀ ਤਾਂ ਰੇਟ ਆਫ ਇੰਟਰਸਟ ਡਿਸਾਈਡ ਹੋਏਗਾ, ਪਰ ਜੇਕਰ ਕਿਸੇ ਵੀ ਕਾਰਨ ਕਰਕੇ ਡਿਮਾਂਡ ਫॉर ਕੈਪੀਟਲ ਘਟ ਜਾਏ ਸਪਲਾਈ ਆਫ ਕੈਪੀਟਲ ਵੱਧ ਜਾਏ, ਜਾਂ ਡਿਮਾਂਡ ਫॉर ਕੈਪੀਟਲ ਵੱਧ ਜਾਏ ਸਪਲਾਈ ਆਫ ਕੈਪੀਟਲ ਘਟ ਜਾਏ, ਤਾਂ ਆਟੋਮੈਟਿਕਲੀ ਬਿਨਾਂ ਕਿਸੇ ਦੀ ਇੰਟਰਫੇਰੈਂਸ, ਕਿਸੇ ਦਾ ਮਤਲਬ ਹੈ ਇੱਥੇ ਗਵਰਨਮੈਂਟ ਦੀ ਇੰਟਰਫੇਰੈਂਸ ਤੋਂ, ਮਾਰਕੀਟ ਫੋਰਸਿਸ ਇਸ ਤਰੀਕੇ ਨਾਲ ਕੰਮ ਕਰਨਗੀਆਂ, ਰੇਟ ਆਫ ਇੰਟਰਸਟ ਵਿੱਚ ਇਸ ਤਰੀਕੇ ਨਾਲ ਚੇਂਜਸ ਆਣਗੇ ਕਿ ਦੁਬਾਰਾ ਤੋਂ ਇਕੁਇਲਿਬ੍ਰੀਅਮ ਮੇਨਟੇਨ ਹੋ ਜਾਏਗਾ ਕਿਸੇ ਵੀ ਤਰ੍ਹਾਂ ਦੀ ਗਵਰਨਮੈਂਟ ਇੰਟਰਫੇਰੈਂਸ ਤੋਂ ਬਿਨਾ। ਸੋ ਇਹ ਛੋਟੀ ਜਿਹੀ ਥਿਊਰੀ ਹੈ, ਥਿਊਰੀ ਆਫ ਕਲਾਸੀਕਲ ਥਿਊਰੀ ਆਫ ਇੰਟਰਸਟ। ਹੁਣ ਇਹਦਾ ਥੋੜਾ ਜਿਹਾ ਕ੍ਰਿਟਿਸਿਜ਼ਮ ਕਰਾਂਗੇ। ਸਭ ਤੋਂ ਪਹਿਲਾ ਕ੍ਰਿਟਿਸਿਜ਼ਮ ਆਉਂਦਾ ਹੈ ਕਿ ਫੁੱਲ ਇੰਪਲੋਇਮੈਂਟ ਇਕੋਨਮੀ ਦੇ ਵਿੱਚ ਨਹੀਂ ਹੁੰਦੀ। ਕੇਨਸ ਨੇ ਇਸ ਚੀਜ਼ ਨੂੰ ਚੈਲੰਜ ਕੀਤਾ ਸੀ ਕਿ ਫੁੱਲ ਇੰਪਲੋਇਮੈਂਟ ਇਜ਼ ਐਨ ਐਕਸੈਪਸ਼ਨਲ ਕੇਸ, ਕਿ ਹੋ ਸਕਦੀ ਹੈ ਪਰ ਕੋਈ ਬਹੁਤ ਰੇਅਰ, ਦੈਟ ਮੀਨਸ ਕੋਈ ਬਹੁਤ ਰੇਅਰ ਚਾਂਸਿਸ ਨੇ। ਨਾਲ ਹੀ ਆਪਾਂ ਗੱਲ ਕਰ ਦਿੱਤੀ ਕਿ ਆਟੋਮੈਟਿਕ ਵਰਕਿੰਗ ਆਫ ਡਿਮਾਂਡ ਐਂਡ ਸਪਲਾਈ ਫੋਰਸਿਸ, ਉਸਦੇ ਉੱਤੇ ਵੀ ਚੈਲੰਜ ਹੈ ਕਿ ਐਟ ਪ੍ਰੈਜ਼ੈਂਟ ਕੋਈ ਇਕੋਨਮੀ ਨਹੀਂ ਹੈ ਜਿਹੜੀ ਗਵਰਨਮੈਂਟ ਤੋਂ ਇਨਫਲੂਐਂਸ ਹੋ ਕੇ ਮੋਨੇਟਰੀ ਪਾਲਿਸੀ ਜਾਂ ਫਿਸਕਲ ਪਾਲਿਸੀ ਦੇ ਥਰੂ ਜਿਹੜਾ ਹੈ ਇਕੁਇਲਿਬ੍ਰੀਅਮ ਨੂੰ ਦੁਬਾਰਾ ਤੋਂ ਮੇਨਟੇਨ ਕਰਨ ਦੀ ਕੋਸ਼ਿਸ਼ ਨਾ ਕਰੇ। ਇਹ ਚੀਜ਼ ਦੇ ਨਾਲ ਨਾਲ ਆਪਾਂ ਕਲੋਜ਼ਡ ਇਕੋਨਮੀ ਦੀ ਵੀ ਇੱਕ ਚਰਚਾ ਕਰਦੇ ਹਾਂ ਕਿ ਐਟ ਪ੍ਰੈਜ਼ੈਂਟ ਕੋਈ ਇਕੋਨਮੀ ਨਹੀਂ ਹੈ ਜਿਸ ਦਾ ਦੂਜੇ ਦੇਸ਼ਾਂ ਦੇ ਨਾਲ ਲਿੰਕ ਨਾ ਹੋਵੇ। ਈਵਨ ਕਿ ਸੋਸ਼ਲਿਸਟ ਕੰਟਰੀਜ਼ ਵੀ ਜਿਹੜੀਆਂ ਨੇ ਉਹਨਾਂ ਦੇ ਵਿੱਚ ਮਾਰਕੀਟ ਸੋਸ਼ਲਿਜ਼ਮ ਜਿਹੜਾ ਹੈ ਐਟ ਪ੍ਰੈਜ਼ੈਂਟ ਟ੍ਰੈਂਡ ਵਿੱਚ ਹੈ। ਫਿਰ ਇੱਕ ਚੀਜ਼ ਦੀ ਚਰਚਾ ਮੈਂ ਵਿੱਚ ਹੀ ਕਰਤੀ ਸੀ ਥਿਊਰੀ ਦੀ ਕਿ ਕੇਨਸ ਨੇ ਇਸ ਚੀਜ਼ ਨੂੰ ਚੈਲੰਜ ਕੀਤਾ ਸੀ ਕਿ ਸੇਵਿੰਗ ਰੇਟ ਆਫ ਇੰਟਰਸਟ ਦਾ ਫੰਕਸ਼ਨ ਨਹੀਂ ਹੈ, ਸੇਵਿੰਗ ਪ੍ਰਾਇਮਰਲੀ ਜਿਹੜੀ ਹੈ ਉਹ ਇਨਕਮ ਦੇ ਉੱਤੇ ਡਿਪੈਂਡ ਕਰਦੀ ਹੈ। ਇੱਕ ਚੀਜ਼ ਕਲਾਸੀਕਲ ਥਿਊਰੀ ਦੇ ਵਿੱਚ ਇਹ ਵੀ ਆਉਂਦੀ ਹੈ ਕਿ ਸੇਵਿੰਗ ਤੇ ਇਨਵੈਸਟਮੈਂਟ ਦੋਨੋਂ ਇੰਡੀਪੈਂਡੈਂਟ ਨੇ, ਬਟ ਐਕਚੁਅਲ ਦੇ ਵਿੱਚ ਇਹ ਦੋਨੋਂ ਇੱਕ ਦੂਜੇ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਡਿਪੈਂਡੈਂਟ ਹੁੰਦੇ ਨੇ। ਈਵਨ ਕਿ ਅਸੀਂ ਆਪ ਹੀ ਕਹਿ ਦਿੰਦੇ ਹਾਂ ਸੇਵਿੰਗ ਇਜ਼ ਇਕੁਅਲ ਟੂ ਇਨਵੈਸਟਮੈਂਟ, ਜਿੰਨੀ ਸੇਵਿੰਗ ਹੁੰਦੀ ਹੈ ਉਨੀ ਹੀ ਇਨਵੈਸਟਮੈਂਟ ਹੁੰਦੀ ਹੈ। ਉਹ ਕੰਜ਼ੰਪਸ਼ਨ ਸਾਈਡ ਨੂੰ ਬਿਲਕੁਲ ਇਗਨੋਰ ਕੀਤਾ ਗਿਆ ਥਿਊਰੀ ਦੇ ਵਿੱਚ। ਜਦੋਂ ਅਸੀਂ ਡਿਮਾਂਡ ਸਾਈਡ ਐਕਸਪਲੇਨ ਕੀਤੀ, ਡਿਮਾਂਡ ਫॉर ਕੈਪੀਟਲ 'ਚ ਅਸੀਂ ਬੇਸਿਕਲੀ ਗੱਲ ਕੀਤੀ ਪ੍ਰੋਡਕਟਿਵ ਜਾਂ ਇਨਵੈਸਟਮੈਂਟ ਦੇ ਲਈ ਡਿਮਾਂਡ ਫॉर ਕੈਪੀਟਲ, ਅਸੀਂ ਕੰਜ਼ੰਪਸ਼ਨ ਸਾਈਡ ਨੂੰ ਬਿਲਕੁਲ ਹੀ ਇਗਨੋਰ ਕਰ ਦਿੱਤਾ, ਜੋ ਕਿ ਬਹੁਤ ਇੰਪੋਰਟੈਂਟ ਪਾਰਟ ਹੈ ਥਿਊਰੀ ਦੇ ਵਿੱਚ। ਤੇ ਨਾਲ ਹੀ ਆਪਾਂ ਇਹ ਗੱਲ ਕੀਤੀ ਕਿ ਜਿਹੜੀ ਹੈ ਡਿਮਾਂਡ ਫॉर ਮਨੀ ਜਿਹੜੀ ਹੈ ਬੇਸਿਕਲੀ ਉਹ ਮੀਡੀਅਮ ਆਫ ਐਕਸਚੇਂਜ ਦੇ ਰੂਪ 'ਚ ਕੀਤੀ ਜਾਂਦੀ ਹੈ, ਪਰ ਬਾਅਦ ਵਿੱਚ ਕੇਨਜ਼ੀਅਨ ਨੇ ਇਸ ਨੂੰ ਐਕਸਪਲੇਨ ਕੀਤਾ ਸੀ ਕਿ ਦੇयर ਇਜ਼ ਪ੍ਰੀਕਾਸ਼ਨਰੀ ਮੋਟਿਵ, ਦੇयर ਇਜ਼ ਸਪੈਕੂਲੇਟਿਵ ਮੋਟਿਵ ਅਲੋਂਗ ਵਿਦ ਦ ਮੋਟਿਵ ਆਫ ਟ੍ਰਾਂਜੈਕਸ਼ਨ ਔਰ ਮੀਡੀਅਮ ਆਫ ਐਕਸਚੇਂਜ। ਸੋ ਆਫਟਰ ਦਿਸ ਓਵਰਆਲ ਆਪਾਂ ਇਹ ਗੱਲ ਕਰਦੇ ਹਾਂ ਕਿ ਯੈਸ ਕਲਾਸੀਕਲ ਥਿਊਰੀ
ਇੱਕ ਸੇਧ ਦਿੰਦੀ ਹੈ ਰੇਟ ਆਫ ਇੰਟਰਸਟ ਦੇ ਰਿਲੇਟਿਡ, ਜਿਸ ਦੇ ਬੇਸ ਦੇ ਉੱਤੇ ਅੱਗੇ ਦੀਆਂ ਥਿਊਰੀਜ਼ ਬਣੀਆਂ ਨੇ। ਲੋਨੇਬਲ ਫੰਡ ਥਿਊਰੀ ਹੈ, ਦੈਨ ਕੇਨਜ਼ੀਅਨ ਥਿਊਰੀ ਹੈ। ਸੋ ਓਵਰਆਲ ਇਸ ਦੀ ਇੰਪੋਰਟੈਂਸ ਇਕਨੋਮਿਕ ਥਿਊਰੀ ਦੇ ਵਿੱਚ ਬਹੁਤ ਜ਼ਿਆਦਾ ਹੈ। ਥੈਂਕ ਯੂ।